सत श्री अकाल, स्वागत है। गौरव शुक्ला मैं हां तुहाडे नाल हाज़र हां। फर्क तां पैंदा है लैके जदों कुदरत दा कहर होवे ते लोकां दा नुकसान वड्डे पद्धर दे उत्ते होवे, फिर फर्क तां पैंदा है। शुरुआत अज करन जा रहे हां मार्च के महीने दे विच जिस तरीके नाल मींह दी वजह दे नाल दिक्कतां आ रहीआं ने। शुरुआत फाजिलका तो जिथे टारनेडो दा कहर वेखण नूं मिलिआ है। तेज हवावां दे नाल भारी बरसात हुई ते 10 तो 12 लोग जख्मी होए ने। कुछ ये तस्वीरां अज नजर आ रही सी फाजिलका ते आले दुआले दे इलाके दे विच। ਇਹ ਟਾਰਨੇਡੋ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋਏ ਕਿ ਆਖਿਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਤੇ ਉਸ ਦੀ ਵਜ੍ਹਾ ਦੇ ਨਾਲ ਕਿਸ ਤਰੀਕੇ ਨਾਲ ਨੁਕਸਾਨ ਹੋਇਆ ਹੈ। ਬਿਜਲੀ ਪਾਣੀ ਦੀ ਦਿੱਕਤ, ਖਾਸ ਤੌਰ ਤੇ ਬਿਜਲੀ ਦੀ ਦਿੱਕਤ ਲੋਕਾਂ ਨੂੰ ਆ ਰਹੀ ਹੈ। ਤੂਫਾਨ ਕਾਰਨ ਕਈ ਘਰਾਂ ਦੀਆਂ ਕੰਧਾਂ ਤੱਕ ਵੀ ਟੁੱਟ ਗਈਆਂ ਨੇ। ਵੱਡੀ ਖਬਰ ਦੇ ਨਾਲ ਸ਼ੁਰੂਆਤ ਤੇ ਤੂਫਾਨ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਉਹ ਵੀ ਤੁਹਾਡੇ ਸਾਹਮਣੇ ਕੁਝ ਹੀ ਪਲਾਂ ਦੇ ਵਿੱਚ ਆਉਣਗੀਆਂ। ਫਾਜ਼ਿਲਕਾ ਦੇ ਵਿੱਚ ਟਾਰਨੇਡੋ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਤੂਫਾਨ ਦੇ ਕਾਰਨ ਕਈ ਘਰਾਂ ਦੀਆਂ ਕੰਧਾਂ ਤੱਕ ਟੁੱਟ ਗਈਆਂ। ਟਾਰਨੇਡੋ ਕਿਹਾ ਜਾਂਦਾ ਜਿਵੇਂ ਬਹੁਤ ਇੱਕ ਤੁਸੀਂ ਕਹਿ ਸਕਦੇ ਹੋ ਕਿ ਹਵਾ ਬਹੁਤ ਤੇਜ਼ ਆਵੇ ਤੇ ਦੂਜੇ ਪਾਸੇ ਜਿਸ ਨੂੰ ਆਪਾਂ ਕਈ ਵਾਰੀ ਘੁੰਮਣ ਕੇ ਵੀ ਕਹਿੰਦੇ ਆ ਕਿ ਉਸ ਤਰੀਕੇ ਦੀ ਹਵਾ ਨੇੜੇ ਆਉਂਦੀ ਹੈ ਤਾਂ ਉਸ ਦੇ ਨਾਲ ਨੁਕਸਾਨ ਬਹੁਤ ਹੁੰਦਾ। ਆਮ ਤੌਰ ਤੇ ਕਈ ਜਾਂ ਤਾਂ ਜਿਹੜੇ ਸਮੁੰਦਰੀ ਇਲਾਕੇ ਨੇ ਦੇਸ਼ ਦੇ ਉਹਨਾਂ ਦੇ ਵਿੱਚ ਹੁੰਦੇ ਇਸ ਤਰੀਕੇ ਦੇ ਹਾਦਸੇ, ਜਾਂ ਫਿਰ ਵਿਦੇਸ਼ਾਂ ਦੇ ਵਿੱਚ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਤੁਸੀਂ ਕਹੋ ਕਿ ਲਗਾਤਾਰ ਵਾਪਰਦੀਆਂ ਨੇ। ਤਾਂ ਪੰਜਾਬ ਦੇ ਵਿੱਚ ਇਹ ਸਭ ਕੁਝ ਹੋਇਆ ਹੈ ਔਰ ਕੁਦਰਤ ਦਾ ਕਹਿਰ ਤੁਸੀਂ ਇਸ ਨੂੰ ਕਹਿ ਸਕਦੇ ਹੋ। ਔਰ ਉਸ ਦੀ ਵਜ੍ਹਾ ਦੇ ਨਾਲ ਕਈ ਲੋਕਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ, ਫਸਲਾਂ ਦਾ ਵੀ ਨੁਕਸਾਨ ਹੋਇਆ ਔਰ ਇਸ ਦੇ ਨਾਲ ਨਾਲ ਕਈ ਘਰਾਂ ਦੀਆਂ ਵੀ ਕੰਧਾਂ ਟੁੱਟੀਆਂ ਨੇ। ਤਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਜੋ ਨੁਕਸਾਨ ਹੋਇਆ ਹੈ। ਤਾਂ ਇੱਕ ਪਾਸੇ ਉਹ ਟਾਰਨੇਡੋ ਜੋ ਦੂਰ ਤੋਂ ਕਿਸੇ ਦੇ ਵੱਲੋਂ ਵੀਡੀਓ ਬਣਾਈ ਗਈ ਤੇ ਬਹੁਤ ਸਹਿਮ ਦਾ ਮਾਹੌਲ ਸੀ ਇਸ ਸਮੇਂ। ਤਾਂ ਜਿਸ ਤਰੀਕੇ ਨਾਲ ਟਾਰਨੇਡੋ ਅੱਗੇ ਵੱਧਦਾ ਗਿਆ, ਉਹ ਘੁੰਮਣ ਘੇਰੀ ਵਾਲੀ ਪੂਰੀ ਹਵਾ ਅੱਗੇ ਵੱਧਦੀ ਗਈ। ਜਿੱਥੇ ਜਿੱਥੇ ਹਵਾ ਜਾਂਦੀ ਹੈ ਤਾਂ ਉੱਥੇ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਸ ਦੇ ਵਿੱਚ ਪਾਵਰ ਹੁੰਦੀ ਹੈ ਕਿ ਜਿਹੜੀ ਵੀ ਚੀਜ਼ ਉਸ ਦੇ ਵਿਚਾਲੇ ਆਈ ਲਪੇਟ ਦੇ ਵਿੱਚ ਲੈ ਕੇ ਘੁਮਾਉਣੀ ਸ਼ੁਰੂ ਕਰ ਦਿੰਦੀ ਹੈ। ਤਾਂ ਕੰਧਾਂ ਤੱਕ ਜਿਹੜੀਆਂ ਮਜ਼ਬੂਤ ਖੜੀਆਂ ਹੁੰਦੀਆਂ ਨੇ ਉਹ ਕੰਧਾਂ ਵੀ ਤੋੜ ਦਿੱਤੀਆਂ, ਜਾਂ ਕਹੀਏ ਕਿ ਕੰਧਾਂ ਨੂੰ ਵੀ ਨੁਕਸਾਨ ਪਹੁੰਚ ਗਿਆ। ਜਿਹੜੇ ਵੱਡੇ ਦਰਖਤ ਲੱਗੇ ਹੋਏ ਸੀ ਉਹ ਵੀ ਪੁੱਟ ਸੁੱਟੇ ਗਏ ਨੇ ਇਸ ਹਵਾ ਦੀ ਵਜ੍ਹਾ ਦੇ ਨਾਲ। ਕਾਫੀ ਨੁਕਸਾਨ ਹੋਇਆ, ਫਸਲਾਂ ਨੂੰ ਨੁਕਸਾਨ ਹੋਇਆ। ਕੁਝ ਬਾਗ ਜਿਹੜੇ ਹੈਗੇ ਨੇ ਫਾਜ਼ਿਲਕਾ ਬੋਹੜ ਦੇ ਇਲਾਕਿਆਂ ਦੇ ਵਿੱਚ, ਖਾਸ ਤੌਰ ਤੇ ਕਿੰਨੂ ਦੇ ਬਾਗ ਨੇ, ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਤਸਵੀਰਾਂ ਫਾਜ਼ਿਲਕਾ ਦੇ ਵਿੱਚ ਸਾਹਮਣੇ ਆਈਆਂ। ਤਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਮਾਰਚ ਦੇ ਮਹੀਨੇ ਦੇ ਵਿੱਚ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਹੈ, ਕਿਉਂਕਿ ਪੰਜਾਬ 'ਚ ਬਾਕੀ ਥਾਵਾਂ ਤੇ ਬਰਸਾਤ ਨਾਲ ਫਸਲ, ਖਾਸ ਤੌਰ ਤੇ ਕਣਕ ਖਰਾਬ ਹੋ ਰਹੀ ਹੈ ਤੇ ਇਸ ਵਿਚਾਲੇ ਟਾਰਨੇਡੋ ਨੇ ਵੀ ਕਾਫੀ ਨੁਕਸਾਨ ਕੀਤਾ ਹੈ। ਜਿੱਥੇ ਪੂਰਾ ਘਟਨਾਕ੍ਰਮ ਵਾਪਰਿਆ, ਜਿੱਥੇ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ ਫਾਜ਼ਿਲਕਾ 'ਚ, ਉੱਥੇ ਜਾਇਜ਼ਾ ਲਿਆ ਸਾਡੇ ਸਹਿਯੋਗੀ ਨੇ। ਕੁਦਰਤ ਦੇ ਕਹਿਰ ਤੋਂ ਬਾਅਦ ਜਿਹੜਾ ਵੱਡਾ ਅਸਰ, ਜਿਹੜਾ ਨੁਕਸਾਨ ਜਿਹੜਾ ਪਸ਼ੂਆਂ ਨੂੰ ਵੀ ਹੋਇਆ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਪਸ਼ੂ ਵੀ ਜਿਹੜਾ ਇਸ ਚੱਕਰਵਤੀ ਤੂਫਾਨ ਦੇ ਵਿੱਚ ਜਿਹੜਾ ਜ਼ਖਮੀ ਹੋਏ ਹਨ, ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਪਿੰਡ ਦੇ ਅੰਦਰ। ਪਸ਼ੂਆਂ ਨੂੰ ਵੀ ਜਿਹੜੀਆਂ ਸੱਟਾਂ ਜਿਹੜੀਆਂ ਆਈਆਂ ਹਨ। ਫਿਲਹਾਲ ਦੀ ਘੜੀ ਵਿੱਚ ਜਿਹੜਾ ਇੱਕ ਦੂਸਰੇ ਦੀ ਮਦਦ ਕਰਨ ਲਈ ਲੱਗੇ ਨੇ। ਇੱਕ ਘਰ ਦੇ ਅੰਦਰ ਤੁਹਾਨੂੰ ਦਿਖਾਉਂਦੇ ਆ ਕਿ ਘਰ ਦੇ ਕਿਸ ਤਰ੍ਹਾਂ ਦਾ ਜਿਹੜਾ ਇਹ ਮੰਜ਼ਰ ਹੈ। ਘਰ ਦੀ ਛੱਤ ਜਿਹੜੀ ਉੱਪਰੋਂ ਡਿੱਗੀ ਹੈ, ਜਿਹੜਾ ਲੈਂਟਰ ਬੀਮ ਪਿਆ ਹੋਇਆ ਸੀਗਾ ਉੱਪਰ ਦੇ, ਤੁਹਾਨੂੰ ਹਾਲਾਤ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜੇ ਗਾਰਡਰ ਥੱਲੇ ਆ ਡਿੱਗੇ ਹਨ। ਮਲਬੇ ਦੇ ਹੇਠ ਜਿਹੜਾ ਸਮਾਨ ਡਿੱਗਿਆ ਹੋਇਆ ਹੈ। ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਜਿਹੜਾ ਤੂਫਾਨ ਜਾਂ ਮੰਜ਼ਰ ਕਹਿ ਸਕਦੇ ਹੋ ਕਿ ਹੋਵੇਗਾ, ਕਿ ਜਦੋਂ ਚੱਕਰਵਤੀ ਤੂਫਾਨ ਨੇ ਇਸ ਇਲਾਕੇ ਦੇ ਅੰਦਰ ਦਾਖਲ ਹੋਇਆ ਸੀਗਾ। ਦੇਖ ਸਕਦੇ ਹੋ ਕਿ ਵੱਡੇ ਵੱਡੇ ਲੈਂਟਰ ਜਿਹੜੇ ਨੇ ਇਸ ਚੱਕਰਵਤੀ ਤੂਫਾਨ ਦੀ ਭੇਟ ਚੜ ਗਏ ਨੇ। ਤਸਵੀਰਾਂ ਬਿਲਕੁਲ ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇਸ ਇਲਾਕੇ ਦੇ ਅੰਦਰ ਹੋਣਗੇ। ਅੱਛਾ, ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਜੀ? बहुत ज्यादा होया जी। ਅੱਛਾ ਜੀ, कमरे डिग गए, कंधा डिग गया सारी। ਕੀ ਹਾਲਾਤ ਸੀਗੇ ਜਦੋਂ ਇਸ ਤਰ੍ਹਾਂ ਦਾ ਮੰਜ਼ਰ ਸੀਗਾ ਜੀ? ਉਦੋਂ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਸੀ, ਗੋਲ ਚੱਕਰ ਬੜਾ ਤਕੜਾ ਬਣਿਆ ਹੋਇਆ ਸੀ, ਦੇਖਿਆ ਨਹੀਂ ਜਾਂਦਾ। ਜੇ ਤਾਂ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕੀ ਕੁਝ ਘਟਨਾਕ੍ਰਮ ਉਸ ਸਮੇਂ ਵਾਪਰ ਰਿਹਾ ਸੀ ਜਦੋਂ ਇਹ ਟਾਰਨੇਡੋ ਦਾ ਕਹਿਰ ਫਾਜ਼ਿਲਕਾ ਦੇ ਪੂਰੇ ਇਲਾਕੇ 'ਚ ਵੇਖਣ ਨੂੰ ਮਿਲ ਰਿਹਾ ਸੀ। ਉਧਰ ਪੀੜਤਾਂ ਦੇ ਲਈ ਐਲਾਨ ਵੀ ਕੀਤਾ ਗਿਆ। ਫਾਜ਼ਿਲਕਾ ਦੇ ਡੀਸੀ ਸੇਨੂ ਦੁੱਗਲ ਦੇ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ ਗਿਆ। ਤੂਫਾਨ ਦੀ ਵਜ੍ਹਾ ਦੇ ਨਾਲ 10 ਤੋਂ 12 ਲੋਕ ਜ਼ਖਮੀ ਵੀ ਹੋਏ। ਤਾਂ ਫਾਜ਼ਿਲਕਾ ਦੇ ਵਿੱਚ ਟਾਰਨੇਡੋ ਦੇ ਕਹਿਰ ਦੇ ਵਿਚਾਲੇ ਪ੍ਰਸ਼ਾਸਨ ਨੇ ਵੀ ਪਹੁੰਚ ਕੀਤੀ ਉਹਨਾਂ ਲੋਕਾਂ ਤੱਕ ਜਿਹੜੇ
ਲੋਕਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਹੈ ਕਿਉਂਕਿ ਫਸਲਾਂ ਜਾਂ ਘਰ ਬਹੁਤ ਮਿਹਨਤ ਦੇ ਨਾਲ ਚੀਜ਼ਾਂ ਬਣਦੀਆਂ ਨੇ ਔਰ ਕੁਦਰਤ ਦੇ ਕਹਿਰ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਔਰ ਕਾਫੀ ਨੁਕਸਾਨ ਹੋਇਆ। ਡੀਸੀ ਜਿਹੜੇ ਫਾਜ਼ਿਲਕਾ ਦੇ ਨੇ ਸੀਨੂ ਦੁੱਗਲ ਉਹ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਪੂਰੇ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕੀਤੀ ਹੈ, ਜਾਇਜ਼ਾ ਲਿਆ ਹੈ ਤੇ ਉਸ ਤੋਂ ਬਾਅਦ ਮਦਦ ਦਾ ਭਰੋਸਾ ਵੀ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਜੋ ਜਾਣਕਾਰੀ ਹੈ ਸਾਡੇ ਕੋਲ ਕਿ 10 ਤੋਂ 12 ਲੋਕ ਜ਼ਖਮੀ ਵੀ ਹੋਏ। ਦੁਪਹਿਰੇ ਇੱਥੇ ਨੁਕਸਾਨ ਹੋਇਆ ਜਿਹੜਾ ਟੋਰਨੇਡੋ ਆਇਆ ਹੈ ਉਹਦੇ ਨਾਲ ਜਿਹੜੀ 2-2.5 ਕਿਲੋਮੀਟਰ ਦੇ ਏਰੀਆ 'ਚ ਨੁਕਸਾਨ ਹੋਇਆ ਔਰ ਕਾਫੀ ਜਿਹੜੇ ਘਰ ਸੀਗੇ ਉਹ ਘਰ ਗਿਰ ਗਏ ਐਂਡ ਜਿਹੜੇ ਇੱਕ ਅੱਧੇ ਪਸ਼ੂ ਦਾ ਵੀ ਨੁਕਸਾਨ ਹੋਇਆ। 10-12 ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪੀਟਲ ਪਹੁੰਚਾਇਆ ਗਿਆ। ਮੈਂ ਔਰ ਐਮਐਲਏ ਸਾਹਿਬ ਹੁਣੇ ਅਸੀਂ ਦੇਖਣ ਆਏ ਹਾਂ। ਇਹਨੂੰ ਅਸੀਂ ਅਸੈਸ ਕਰਾਵਾਂਗੇ ਜੀ, ਟੀਮ ਬਣਾ ਕੇ ਸਾਰਾ ਅਸੈਸ ਕਰੇਗੀ, ਉਸ ਦੇ ਹਿਸਾਬ ਨਾਲ ਇਹਨੂੰ ਮੁਆਵਜ਼ਾ ਦਿੱਤਾ ਜਾਏਗਾ। ਕੁਦਰਤੀ ਆਫਤ ਕਾਰਨ ਜੋ ਵੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਏਗਾ। ਸਰਕਾਰ ਹੈ ਜੋ ਉਹਨਾਂ ਦਾ ਇਲਾਜ ਹੈ, ਜੋ ਜ਼ਿੰਮੇਵਾਰੀ ਹੈ ਸਰਕਾਰ ਦੀ, ਉਹਨਾਂ ਦਾ ਇਲਾਜ ਕਰਾਊਗੀ ਔਰ ਜੋ ਵੀ ਨੁਕਸਾਨ ਹੋਇਆ ਹੈ ਸਾਰਾ ਜਿਹੜਾ ਸਰਵੇ ਕਰਕੇ, ਚਾਹੇ ਕਿਸੇ ਦਾ ਕੋਈ ਫਸਲਾਂ ਦਾ ਨੁਕਸਾਨ ਹੋਇਆ, ਚਾਹੇ ਕਿਸੇ ਦਾ ਕੋਈ ਮਕਾਨ ਘਰ ਦਾ ਨੁਕਸਾਨ ਹੋਇਆ, ਉਹ ਜਿਹੜਾ ਸਾਰਾ ਮੁਆਵਜ਼ਾ ਜੋ ਦੇਖ ਕੇ ਕਿੰਨਾ ਨੁਕਸਾਨ ਹੈ ਸਾਰਾ ਜਿਹੜਾ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਅਸੀਂ ਦੇਵਾਂਗੇ। ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਲੋਕਾਂ ਦੇ ਨਾਲ ਹੈ। ਤਾਂ ਦਾਅਵਾ ਹੀ ਕੀਤਾ ਜਾ ਰਿਹਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕੀਤੀ ਜਾਵੇਗੀ। ਉਧਰ ਮੀਂਹ ਦੇ ਕਾਰਨ ਫਸਲ ਦਾ ਵੀ ਨੁਕਸਾਨ ਹੋਇਆ ਤੇ ਫਸਲ ਦੀ ਗਿਰਦਾਵਰੀ ਦੇ ਆਦੇਸ਼ ਸੀਐਮ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਸੀਐਮ ਨੇ 1 ਹਫ਼ਤੇ ਦੇ ਅੰਦਰ ਗਿਰਦਾਵਰੀ ਦੀ ਰਿਪੋਰਟ ਮੰਗੀ ਹੈ। ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਨੁਕਸਾਨ ਦਾ ਮੁਆਵਜ਼ਾ ਵੀ ਦੇਵੇਗੀ। ਇਹ ਵੀ ਵੱਡੀ ਖਬਰ ਹੈ ਕਿਉਂਕਿ ਬਾਰਿਸ਼ ਦੀ ਵਜ੍ਹਾ ਦੇ ਨਾਲ ਪਹਿਲਾਂ 17 ਤੋਂ 22 ਮਾਰਚ ਤੱਕ ਬਰਸਾਤ ਹੋਈ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਪਿਛਲੇ 24 ਘੰਟੇ ਦੇ ਵਿੱਚ ਹੋਈ ਬਰਸਾਤ ਦੀ ਵਜ੍ਹਾ ਦੇ ਨਾਲ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਕਿਹਾ ਜਾ ਰਿਹਾ ਕਿ ਨੁਕਸਾਨ ਹੋਇਆ। ਚਾਹੇ ਕਣਕ ਦੀ ਫਸਲ ਹੋਵੇ ਜਾਂ ਜਿਹੜੀਆਂ ਹੋਰ ਫਸਲਾਂ ਇਸ ਸਮੇਂ ਖਾਸ ਤੌਰ ਤੇ ਤੁਸੀਂ ਕਹਿ ਸਕਦੇ ਹੋ ਪੱਕਣ ਕੱਢੇ ਸਬਜ਼ੀਆਂ ਦੇ ਕਾਸ਼ਤਕਾਰ ਵੀ ਕਾਫੀ ਪਰੇਸ਼ਾਨ ਨੇ ਔਰ ਸਿਰਫ ਬਾਰਿਸ਼ ਨਹੀਂ ਬਲਕਿ ਗੜੇਮਾਰੀ ਹੋਈ ਹੈ। ਉਸ ਦੀ ਵਜ੍ਹਾ ਨਾਲ ਵੀ ਕਿਹਾ ਜਾ ਰਿਹਾ ਕਿ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ। ਤਾਂ ਸੀਐਮ ਨੇ ਆਦੇਸ਼ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਜਲਦ ਗਿਰਦਾਵਰੀ ਕਰਵਾਈ ਜਾਵੇ, 1 ਹਫ਼ਤੇ ਦੇ ਵਿੱਚ ਰਿਪੋਰਟ ਦਿੱਤੀ ਜਾਵੇ। ਮੁੱਖ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਉਸ ਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਦੱਸਦੇ ਹਾਂ। ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਦੇ ਨਾਲ ਫਸਲਾਂ, ਬਾਗਾਂ ਤੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਸਪੈਸ਼ਲ ਗਿਰਦਾਵਰੀ ਹਫ਼ਤੇ ਦੇ ਅੰਦਰ ਕਰਕੇ ਰਿਪੋਰਟ ਦੇਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ। ਮੇਰੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ 1-1 ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਹੌਸਲਾ ਅਤੇ ਯਕੀਨ ਰੱਖੋ, ਸਰਕਾਰ ਤੁਹਾਡੇ ਨਾਲ ਹੈ। ਖੈਰ ਜਦੋਂ ਕੁਦਰਤ ਦੀ ਮਾਰ ਪਵੇ ਤੇ ਫਸਲਾਂ ਦਾ ਨੁਕਸਾਨ ਹੋਵੇ ਤੇ ਇਸ ਸਭ ਦੇ ਵਿਚਾਲੇ ਭਰੋਸਾ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾਵੇ ਕਿ ਮਦਦ ਹੋਏਗੀ। ਥੋੜਾ ਜਿਹਾ ਸਬਰ ਤੇ ਫਿਕਰ ਤੁਸੀਂ ਨਾ ਕਰੋ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਬੇਮੌਸਮੇ ਮੀਂਹ ਦੀ ਵਜ੍ਹਾ ਦੇ ਨਾਲ ਇਹ ਕਿਸੇ ਦੇ ਲਈ ਰਾਹਤ ਲੈ ਕੇ ਆਇਆ ਤੇ ਕਿਸੇ ਦੇ ਲਈ ਆਫਤ। ਖੇਤਾਂ ਦੇ ਵਿੱਚ ਪੱਕੀਆਂ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ। ਅਜਿਹੇ ਕਿਸਾਨ ਪੁੱਛ ਰਹੇ ਨੇ ਕਿ ਅੰਨਦਾਤਾ ਹੁਣ ਕਰੇ। ਤੇ ਤਸਵੀਰਾਂ ਜਲੰਧਰ, ਲੁਧਿਆਣਾ, ਸਮਾਣਾ ਤੇ ਬਠਿੰਡਾ ਦੀਆਂ ਨੇ ਜਿੱਥੇ ਮੀਂਹ ਅਤੇ ਗੜੇਮਾਰੀ ਨੇ ਫਸਲਾਂ ਦਾ ਕੀ ਹਾਲ ਕੀਤਾ ਹੈ ਸ਼ਾਇਦ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ। ਬਠਿੰਡਾ 'ਚ ਖੇਤੀਬਾੜੀ ਮਾਹਰਾਂ ਦੇ ਮੁਤਾਬਿਕ ਕਰੀਬ 20,000 ਏਕੜ ਫਸਲ ਪ੍ਰਭਾਵਿਤ ਹੋਈ ਜਦਕਿ ਸਮਾਣਾ 'ਚ ਕਣਕ ਦੇ ਨਾਲ-ਨਾਲ ਟਮਾਟਰਾਂ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਨੂੰ ਬੇਨਤੀ ਹੈ ਕਿ ਕਿਸਾਨ ਵੀਰੋ ਇਹਨਾਂ ਦਿਨਾਂ ਵਿੱਚ ਜੇਕਰ ਕਣਕ ਨੂੰ ਪਾਣੀ ਦੀ ਲੋੜ ਹੈ ਤੇ ਉਹਨੂੰ ਬਿਲਕੁਲ ਹਲਕਾ ਪਾਣੀ ਲਗਾਓ, ਭਾਰਾ ਪਾਣੀ ਨਾ ਲਗਾਓ। ਉਹਦੇ ਨਾਲ ਜੇ ਕਿਤੇ ਹਵਾਵਾਂ ਤੇਜ਼ ਹਵਾਵਾਂ ਜਾਂ ਵਰਖਾ ਹੁੰਦੀ ਆ ਉਹਦੇ ਨਾਲ ਜਿਹੜਾ ਕਣਕ ਉਹਨੂੰ ਨੁਕਸਾਨ ਹੋ ਸਕਦਾ। ਲੁਧਿਆਣਾ ਤੇ ਜਲੰਧਰ ਦੀ ਗੱਲ ਕਰੀਏ ਤਾਂ ਕਣਕਾਂ ਪੂਰੀ ਤਰ੍ਹਾਂ ਜ਼ਮੀਨ ਤੇ ਵਿਛੀਆਂ ਹੋਈਆਂ ਨੇ ਜਦਕਿ ਮੱਕੀ ਦੀ ਤਾਜ਼ੀ ਬੀਜੀ ਫਸਲ ਨੂੰ ਵੀ ਹੁਣ ਦੁਬਾਰਾ ਬੀਜਣ ਦੀ ਨੌਬਤ ਆ ਚੁੱਕੀ ਹੈ। ਕਿਸਾਨਾਂ ਮੁਤਾਬਕ ਜਲੰਧਰ ਲੁਧਿਆਣਾ ਦੇ ਇਲਾਕੇ ਦੇ ਵਿੱਚ ਫਸਲਾਂ ਨੂੰ 15 ਤੋਂ 20% ਤੱਕ ਨੁਕਸਾਨ ਪਹੁੰਚਿਆ ਹੈ ਕਿਉਂਕਿ ਅੱਜ ਦੀ ਵਰਖਾ ਨਾਲ ਜਿੱਥੇ ਕਣਕ ਦੀ ਫਸਲ ਤਾਂ ਪ੍ਰਭਾਵਿਤ ਹੋਈ ਆ, ਨਾਲੇ ਮੱਕੀ ਦੀ ਤਾਜ਼ੀ ਬਿਜਾਈ ਹੋਈ ਆ ਉਹ ਵੀ ਨੁਕਸਾਨ ਹੋਊਗਾ ਤੇ ਆਲੂਆਂ ਦੀ ਜਿਹੜਾ ਪਹਿਲਾਂ ਹੀ ਬੇਕਦਰੀ ਸੀਗੀ, ਪਹਿਲਾਂ ਹੀ ਢੇਰੀਆਂ ਦੇ ਵਿੱਚ ਕੋਈ ਪੁੱਛ ਨਹੀਂ ਰਿਹਾ ਸੀ, ਉਹ ਆਲੂ ਵੀ ਜਿਹੜੇ ਅੱਜ ਬਾਰਿਸ਼ ਦੇ ਨਾਲ ਖਰਾਬ ਹੋ ਰਹੇ ਆ। ਬਹੁਤ ਨੁਕਸਾਨ ਹੋਇਆ ਜੀ ਕਣਕ ਦਾ, ਘੱਟੋ ਘੱਟ 5-7 ਕੁਇੰਟਲ ਤੋਂ ਥੱਲੇ ਨੁਕਸਾਨ ਜ਼ਿਆਦਾ ਹੋ ਗਿਆ। ਪੰਜਾਬ 'ਚ 17 ਤੋਂ 22 ਮਾਰਚ ਤੱਕ ਭਾਰੀ ਮੀਂਹ ਪਿਆ ਜਿਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ। ਉੱਥੇ ਹੁਣ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਜਿਸ ਨਾਲ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ।
ਤਾਂ ਮੁਸ਼ਕਿਲਾਂ ਤਾਂ ਵਧੀਆਂ ਨੇ ਜਿਸ ਤਰੀਕੇ ਨਾਲ ਬਰਸਾਤ ਹੋਈ ਹੈ। ਉਧਰ ਪੰਜਾਬ ਦੇ ਵਿੱਚ ਮੌਸਮ ਦਾ ਮਿਜ਼ਾਜ ਲਗਾਤਾਰ ਵਿਗੜਦਾ ਜਾ ਰਿਹਾ ਹੈ ਤਾਂ ਉਧਰ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਲਈ ਚੇਤਾਵਨੀ ਵੀ ਜਾਰੀ ਕੀਤੀ ਤੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ 2 ਦਿਨ ਪੱਛਮੀ ਗੜਬੜੀ ਦੀ ਵਜ੍ਹਾ ਦੇ ਨਾਲ ਪੰਜਾਬ ਸਣੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਜਦਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਣੇ ਕਈ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। और मुख्यतः हमारी लाइट टू मॉडरेट रेनफॉल रहेगी और ऑलमोस्ट सारे एरिया कवर करेगी इंक्लूडिंग चंडीगढ़। पर इसमें हमारा जो नॉर्दर्न पंजाब होगा, खासकर जो हमारा पठानकोट, गुरदासपुर, अमृतसर, तरन तारण, कपूरथला, होशियारपुर और एडजॉइनिंग जो ये वाला जो बेल्ट है, इस बेल्ट में हम थोड़ी भारी बारिश, मॉडरेट टू हैवी रेनफॉल भी देखने को मिल सकती है आज। ਵਿਭਾਗ ਨੇ ਖਰਾਬ ਮੌਸਮ ਨੂੰ ਦੇਖਦਿਆਂ ਕਿਸਾਨਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ। ਹਾਲਾਂਕਿ ਅਧਿਕਾਰੀਆਂ ਦੇ ਮੁਤਾਬਿਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ 25 ਮਾਰਚ ਤੋਂ ਮੌਸਮ ਸਾਫ਼ ਹੋ ਜਾਵੇਗਾ। 14 ऑफ मार्च से हम ये इशू कर रहे हैं। जो हमारा पिछला स्पेल था, जो हमारा 17 से स्टार्ट हुआ था, उसके लिए भी हमने एडवाइजरी इशू की थी किसानों के लिए, गेहूं के लिए और मस्टर्ड के लिए भी। और सिमिलरली हमारा जो ये वाला स्पेल था, इसके लिए भी हमने किसानों के लिए इशू की है। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 17 ਮਾਰਚ ਤੋਂ 22 ਮਾਰਚ ਤੱਕ ਪਏ ਮੀਂਹ ਅਤੇ ਗੜੇਮਾਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜ਼ਿਆਦਾਤਰ ਕਣਕ ਦੀ ਫਸਲ ਡਿੱਗੀ ਹੈ ਤੇ ਹਾਲੇ ਵੀ ਜ਼ਿਆਦਾਤਰ ਖੇਤਾਂ ਦੇ ਵਿੱਚ ਪਾਣੀ ਖੜਾ ਹੈ। ਤਾਂ ਇਸ ਸਮੇਂ ਦਿੱਕਤ ਵਾਲਾ ਮਾਹੌਲ ਤਾਂ ਜ਼ਰੂਰ ਹੈ, ਪਰ ਦੂਜੇ ਪਾਸੇ 24 ਘੰਟੇ ਵੀ ਮੌਸਮ ਵਿਭਾਗ ਦੇ ਵੱਲੋਂ ਕਹੇ ਜਾ ਰਹੇ ਨੇ ਕਿ ਅਗਲੇ 24 ਘੰਟੇ ਹੋਰ ਬਾਰਿਸ਼ ਹੋ ਸਕਦੀ ਹੈ ਤੇ ਉਸ ਦੀ ਵਜ੍ਹਾ ਨਾਲ ਦਿੱਕਤਾਂ ਵੱਧ ਸਕਦੀਆਂ ਨੇ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਰਾਹੁਲ ਗਾਂਧੀ ਦੀ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪਾਰਲੀਮੈਂਟ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ ਮਾਣਹਾਨੀ ਮਾਮਲੇ 'ਚ ਸਜ਼ਾ ਸੁਣਾਈ ਜਾਣ ਤੋਂ ਬਾਅਦ। ਤੇ ਲੋਕ ਸਭਾ ਸਕੱਤਰੇਤ ਦੇ ਵੱਲੋਂ ਪੱਤਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। ਮਾਣਹਾਨੀ ਦੇ ਕੇਸ ਦੇ ਵਿੱਚ ਵੀਰਵਾਰ ਨੂੰ सूरत कोर्ट ने राहुल गांधी ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਉਧਰ ਕਾਂਗਰਸ ਨੇ ਰਾਹੁਲ ਗਾਂधी ਦੀ ਮੈਂਬਰਸ਼ਿਪ ਰੱਦ ਕਰਨ ਦੇ ਉੱਤੇ ਸਵਾਲ ਚੁੱਕੇ ਨੇ। उनको सच बोलने वालों को सदन के अंदर रखना नहीं है, इसीलिए सदन के बाहर डाल रहे हैं। लेकिन सदन के बाहर भी हम बोलेंगे, सदन के अंदर भी बोलेंगे। ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ ਤੇ ਇਲਜ਼ਾਮ ਲਗਾਇਆ ਕਿ ਬੀਜੇਪੀ ਸੰਸਦ ਦੇ ਵਿੱਚ ਉੱਠਣ ਵਾਲੀ ਸੱਚੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪੰਜਾਬ ਬੀਜੇਪੀ ਨੇ ਲੋਕ ਸਭਾ ਦੇ ਸਪੀਕਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। वो अदालत ने मौका दिया था माफी मांगने का, वो क्षमा भी नहीं मांगना चाहते थे। तो जब आप गलती करते हो, पूर्ण समाज को ऐसी बात बोलते हो, तो इतना भी हंकार किस बात का? तो कांग्रेस की सत्ता वाला जो हंकार था, तो जहाँ इमेच्योरिटी कह लो, उसका उन्होंने सबूत दिया। ਦੱਸ ਦਈਏ ਕਿ ਰਾਹੁਲ ਗਾਂਧੀ ਨੇ 2019 ਦੇ ਵਿੱਚ ਕਰਨਾਟਕ ਦੇ ਅੰਦਰ ਇੱਕ ਸਭਾ ਕੀਤੀ ਜਿਸ ਦੇ ਵਿੱਚ ਉਹਨਾਂ ਮੋਦੀ ਸਰਨੇਮ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ। ਉਧਰ ਹੁਣ ਮੈਂਬਰਸ਼ਿਪ ਖੁੱਸਣ ਤੋਂ ਬਾਅਦ ਕਾਂਗਰਸ ਨੇ ਮਾਮਲੇ 'ਚ ਕਾਨੂੰਨੀ ਲੜਾਈ ਲੜਨ ਦੇ ਵੀ ਸੰਕੇਤ ਦਿੱਤੇ ਨੇ। ਹੁਣ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਲੋਕ ਸਭਾ ਦੇ ਸਪੀਕਰ ਦੇ ਵੱਲੋਂ, ਤੇ ਇਸ ਕਰਕੇ ਸਵਾਲ ਇਸ ਮੁੱਦੇ ਨਾਲ ਹੀ ਜੁੜਿਆ ਹੋਇਆ। ਸਵਾਲ ਕਿ ਆਰਪੀਏ ਦੇ ਵਿੱਚ ਸੋਧ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਦੀ ਮੈਂਬਰਸ਼ਿਪ ਗਈ? 4 ਆਪਸ਼ਨ ਤੁਹਾਡੇ ਸਾਹਮਣੇ ਨੇ। ਆਰਪੀਏ ਦਾ ਮਤਲਬ ਹੁੰਦਾ ਹੈ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ। ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਵਿੱਚ ਸੋਧ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਮੈਂਬਰ ਦੀ ਮੈਂਬਰਸ਼ਿਪ ਗਈ ਸੀ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। ए लालू यादव, बी रशीद मसूद, ऑप्शन सी अब्दुल्ला आजम या ऑप्शन डी कुलदीप सिंह। ਤਾਂ ਕਿਹਨਾਂ ਦੀ ਸਭ ਤੋਂ ਪਹਿਲਾਂ ਮੈਂਬਰਸ਼ਿਪ ਗਈ? ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਗਈ ਹੈ, ਇਸ ਸਵਾਲ ਦਾ ਜਵਾਬ ਪ੍ਰੋਗਰਾਮ ਦੇ ਦੌਰਾਨ ਹੀ ਥੋੜੀ ਦੇਰ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪੂਰੀ ਜਾਣਕਾਰੀ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਪੰਜਾਬ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ। ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ, ਜ਼ਮਾਨਤ ਅਰਜ਼ੀ ਮਨਜ਼ੂਰ ਕਰ ਦਿੱਤੀ। ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਹੋਈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ 17 ਫਰਵਰੀ, 20 ਫਰਵਰੀ ਤੇ 23 ਫਰਵਰੀ ਨੂੰ ਸੁਣਵਾਈ ਟਾਲ ਦਿੱਤੀ ਸੀ। ਆਸ਼ੂ ਕਰੀਬ 8 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਸਨ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਇਲੀਗਲ ਪ੍ਰਾਪਰਟੀ ਜਾਂ ਡਿਸਪ੍ਰੋਪੋਰਸ਼ਨੇਟ ਟੂ ਹਿਸ ਐਸੈਟਸ ਕੋਈ ਪ੍ਰਾਪਰਟੀ ਨਹੀਂ ਮਿਲੀ। ਹੁਣ ਉਹਨਾਂ ਦੀ ਕਸਟਡੀ 6 ਮਹੀਨੇ ਤੋਂ ਉੱਪਰ ਹੋ ਚੁੱਕੀ ਸੀ ਤੇ ਉਹਨਾਂ ਦਾ ਚਲਾਨ ਵੀ ਪ੍ਰੈਜ਼ੈਂਟ ਹੋ ਚੁੱਕਿਆ ਸੀ। ਇਨ ਪੀਨ ਟਾਈਮ ਉਹਨਾਂ ਨੂੰ ਇੱਕ ਨਵਾਂ ਸ਼ਹਿਰ ਦੇ ਵਿੱਚ ਉਸੇ ਸੇਮ ਸਿਮਿਲਰ ਕੇਸ ਦੇ ਵਿੱਚ ਹੋਰ ਅਰੈਸਟ ਕਰ ਲਈ ਸੀ। ਅੱਜ ਉਹਦੀ ਵੀ ਬੇਲ ਅੱਜ ਹਾਈ ਕੋਰਟ ਨੇ ਉਸ ਕੇਸ 'ਚ ਵੀ ਉਹਨਾਂ ਦੀ ਬੇਲ ਕਰ ਦਿੱਤੀ ਹੈ। ਮੰਡੀਆਂ ਦੇ ਵਿੱਚੋਂ ਅਨਾਜ ਦੀ ਢੋਆ ਢੁਆਈ ਦੇ ਲਈ ਕਥਿਤ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਆਸ਼ੂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਸਲੂਨ ਦੇ ਵਿੱਚ ਵਾਲ ਕਟਵਾ ਰਹੇ ਸਨ। ਉਧਰ ਆਸ਼ੂ ਦੀ ਰਿਹਾਈ ਤੇ ਉਹਨਾਂ ਦਾ ਪਰਿਵਾਰ ਖੁਸ਼ ਨਜ਼ਰ ਆਇਆ। ਵੀ ਲੋਕਾਂ ਦਾ ਵਿਸ਼ਵਾਸ ਸਾਰੇ ਪਰਿਵਾਰ ਦਾ ਜਾਂ ਫੈਮਿਲੀ ਦਾ ਜਾਂ ਪਾਰਟੀ ਦਾ ਜੋ ਆਸ਼ੂ ਜੀ ਦੇ ਵਿੱਚ ਸੀਗਾ, ਅੱਜ ਉਹਦੀ ਜਿੱਤ ਹੋਈ ਹੈਗੀ ਆ। ਦਰਅਸਲ ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਸਾਲ 2020-2021 ਦੇ ਦੌਰਾਨ ਕਣਕ ਤੇ ਝੋਨੇ ਨੂੰ ਮੰਡੀਆਂ ਤੋਂ ਗੋਦਾਮਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਟਰਾਂਸਪੋਰਟ ਦੇ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ ਸਨ, ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੜਬੜੀ ਦੇ ਇਲਜ਼ਾਮ ਲੱਗੇ ਨੇ। ਹੁਣ ਅੱਗੇ ਵਧਣ ਤੇ ਵਾਰੀ ਹੈ ਇਤਿਹਾਸ ਦਾ ਜ਼ਿਕਰ ਕਰਨ ਦੀ। 24 ਮਾਰਚ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 24 ਮਾਰਚ ਦਾ ਇਤਿਹਾਸ ਬ੍ਰਿਟਿਸ਼ ਕੈਬਨਿਟ ਦੇ ਨਾਲ ਜੁੜਿਆ ਹੋਇਆ। ਬ੍ਰਿਟਿਸ਼ ਕੈਬਨਿਟ ਮਿਸ਼ਨ ਭਾਰਤ ਪਹੁੰਚਿਆ ਸੀ। 24 ਮਾਰਚ 1946 ਨੂੰ ਭਾਰਤੀ ਸੁਤੰਤਰਤਾ ਦੇ ਲਈ ਬ੍ਰਿਟਿਸ਼ ਕੈਬਨਿਟ ਮਿਸ਼ਨ ਭਾਰਤ ਪਹੁੰਚਿਆ ਸੀ ਔਰ ਕੈਬਨਿਟ ਮਿਸ਼ਨ ਨੇ ਦਿੱਲੀ ਪਹੁੰਚਣ ਤੋਂ ਬਾਅਦ 16 ਮਈ 1946 ਨੂੰ ਆਪਣਾ ਮਤਾ ਪੇਸ਼ ਕੀਤਾ। ਇਸ ਮਤੇ ਦਾ ਮੁੱਖ ਮਕਸਦ ਸੰਵਿਧਾਨ ਸਭਾ ਦਾ ਗਠਨ ਕਰਨਾ ਸੀ। ਇਹ ਉਹ ਦੌਰ ਸੀ ਜਦੋਂ ਦੇਸ਼ ਦੀ ਆਜ਼ਾਦੀ ਬਹੁਤ ਨੇੜੇ ਸੀ। ਇੱਕ ਤਰ੍ਹਾਂ ਨਾਲ ਉਸ ਨੂੰ ਲੈ ਕੇ ਚਾਰਾਜੋਈ ਸ਼ੁਰੂ ਹੋ ਚੁੱਕੀ ਸੀ ਤੇ ਉਸ ਦੇ ਤਹਿਤ ਹੀ ਬ੍ਰਿਟਿਸ਼ ਕੈਬਨਿਟ ਮਿਸ਼ਨ ਭਾਰਤ ਪਹੁੰਚਿਆ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚਲਾ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਗੱਲ ਹੋਵੇਗੀ ਉਹਨਾਂ ਬੱਚਿਆਂ ਦੀ ਜਿਨ੍ਹਾਂ ਦਾ ਭਵਿੱਖ ਦਾਅ ਦੇ ਉੱਤੇ ਲਗਾ ਦਿੱਤਾ ਗਿਆ ਇੱਕ ਸਕੂਲ ਦੇ ਵੱਲੋਂ, ਔਰ ਨਾਲ ਹੀ ਗੱਲ ਹੋਵੇਗੀ ਅੰਮ੍ਰਿਤਪਾਲ ਦੀ ਸ਼ੂਟਿੰਗ ਰੇਂਜ ਦੀ, ਜਿੱਥੇ ਉਹ ਆਪਣੇ ਆਰਮੀ ਦੇ ਜਿਹੜੇ ਲੋਕ ਭਰਤੀ ਕਰ ਰਿਹਾ ਸੀ ਆਪਣੀ ਨਿੱਜੀ ਆਰਮੀ 'ਚ, ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ। ਬ੍ਰੇਕ ਤੋਂ ਬਾਅਦ